एक ना बंदा बिल्कुल सीधा सी सादा पिंड दे विच ना सारिਆਂ ਦਾ मशहूर सी भी हर बंदा ਉਹਨੂੰ ਕਹਿੰਦਾ ਸੀ भी सादा साईं है ਜਿਹੜਾ ਅੱਲਾ ਲੋਕ ਹੁੰਦੇ ਨੇ ਤੇ ਜਿਹੜੇ ਅੱਲਾ ਲੋਕ ਹੁੰਦੇ ਨੇ ਉਹਨਾਂ ਦੇ ਵੈਸੇ ਉਹਨਾਂ ਦੀ ਮਦਦ ਤੇ ਤੁਹਾਨੂੰ ਪਤਾ ਕਿ ਵੀ ਅੱਲਾ ਹੀ ਕਰਦਾ ਹੈ ਤੇ ਉਂਝ ਬੰਦੇ ਘੱਟ ਨਹੀਂ ਕਰਦੇ ਉਹਨਾਂ ਨਾਲ ਸੂ ਜ਼ਿਆਦਾ ਲੋਕ ਜਿਹੜਾ ਬੰਦਾ ਸੀਰੀਅਸ ਹੁੰਦਾ ਹੈ ਸਹੀ ਹੁੰਦਾ ਹੈ ਉਹਨੂੰ ਲੋਕ ਘੱਟ ਛੇੜਦੇ ਨੇ ਤੇ ਸਾਦੇ ਬੰਦੇ ਨੂੰ ਲੋਕ ਚੋਖਾ ਛੇੜਦੇ ਨੇ ਕਿ ਵੀ ਉਹ ਸਾਦਾ ਹੈ ਤੇ ਉਹ ਨਾ ਨਾਨਕੇ ਟੁਰ ਗਿਆ ਨਾਨਕੇ ਜਾ ਕੇ ਨਾ ਤੇ ਉਹਨੇ ਉੱਥੇ ਪਤਾ ਨਿਆਣੇ ਪਹਿਲਾਂ ਰਹਿੰਦੇ ਸੀ ਹਫਤਾ 10 ਦਿਨ 15 ਦਿਨ ਵੀ ਜਾ ਕੇ ਰਹਿੰਦੇ ਸੀ ਬੜਾ ਸ਼ੌਕ ਸੀ ਉਹਨਾਂ ਨੂੰ ਨਾਨਕਿਆਂ ਲੈ ਜਾਣ ਦਾ ਹੁਣ ਵੀ ਜਾਂਦੇ ਨੇ ਲੇਕਿਨ ਉਹਨੂੰ ਨਾ ਸ਼ੌਕ ਨਹੀਂ ਜਿੰਨਾ ਪਹਿਲਾਂ ਸੀ ਪਹਿਲੇ ਲੋਕ ਬੜੇ ਚਾਅ ਨਾਲ ਜਾਂਦੇ ਸੀ ਉੱਥੇ ਗਿਆ ਤੇ ਉਹਦੀ ਨਾ ਮਾਮੀ ਨੇ ਕਿਹਾ ਤੂੰ ਇਹ ਨਾ ਅੱਗ ਬਾਲ ਇੱਥੇ ਤੇ ਮੈਂ ਗੁਆਂਢੀਆਂ ਦੇ ਘਰੋਂ ਕੋਈ ਚੀਜ਼ ਲਿਆਵਾਂ ਤੇ ਇਹ ਆਲੂ ਨਾ ਮੈਂ ਬਾਲਨੇ ਉੱਤੇ ਰੱਖੇ ਨੇ ਤੇ ਤੂੰ ਅੱਗ ਥੱਲੇ ਨਾ ਬਾਲਦਾ ਰਹੀ ਉਹਨੇ ਕਿਹਾ ਠੀਕ ਹੈ ਉਹ ਸਾਡਾ ਸੀ ਲੱਲੂ ਸੀ ਵਿਚਾਰਾ ਕਈ ਵਾਰੀ ਤੁਸੀਂ ਇਹ ਸੁਣਿਆ ਹੋਣਾ ਕਿ ਵੀ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਉਂਦਾ ਉਹ ਉਹਨੇ ਨਾ ਉਹਨੂੰ ਭੁੱਖ ਲੱਗੀ ਸੀ ਤੇ ਉਹਨੇ ਨਾ ਉੱਤੋਂ ਉਹ ਛੋਣਾ ਲਾਇਆ ਤੇ ਉਹਦੇ ਵਿੱਚੋਂ ਇੱਕ ਆਲੂ ਕੱਢ ਕੇ ਖਾਧਾ ਤੇ ਉਹਨੂੰ ਵਾਵਾ ਸਵਾਦਲਾ ਲੱਗਾ ਤੇ ਉਹਨੇ ਹਿਸਾਬ ਲਾਇਆ ਵੀ ਮਾਮੀ ਤੇ ਗਈ ਗੁਆਂਢੀਆਂ ਦੇ ਤੇ ਉਹ ਮਾਮੀ ਵੀ ਗੁਆਂਢੀਆਂ ਦੇ ਜਾ ਕੇ ਅੱਗੂ ਚਸਕਾ ਲਾਉਣ ਲੱਗ ਪਈ ਨਾ ਜਿੱਥੇ ਬੈਠੀ ਜਾ ਕੇ ਉੱਥੇ ਗੱਪਸ਼ਪ ਮਾਰਨ ਲੱਗ ਪਈ ਜਨਾਨੀਆਂ ਨੇ ਕਿੱਥੇ ਮੁੱਕਦੀਆਂ ਨੇ ਤੇ ਉਹ ਆਈ ਜਿਸ ਵਕਤ ਆਉਂਦਿਆਂ ਨੂੰ ਲੱਲੂ ਸਾਹਿਬ ਨੇ ਸਾਰੇ ਆਲੂ ਖਾ ਛੱਡੇ ਸੀ ਹੁਣ ਉਹ ਘਬਰਾ ਗਿਆ ਉਹਨੇ ਕਿਹਾ ਮਾਮੀ ਨੇ ਤੇ ਛੱਡਣਾ ਨਹੀਂ ਹੈਗੀ ਤੇ ਮੈਨੂੰ ਪੈਂਜਾ ਲਾਏ ਦੀ ਕਹਿੰਦਾ ਮਾਮੀ ਤੈਨੂੰ ਨਾ ਮੈਂ ਇੱਕ ਗੱਲ ਸੁਣਾਉਣਾ ਆ ਇਹ ਮੈਂ ਇੱਕ ਨਾ ਜਾਦੂ ਸਿੱਖਿਆ ਨਵਾਂ ਨਵਾਂ ਤੇ ਜੇ ਤੂੰ ਆਖੇ ਤੇ ਮੈਂ ਕਰਾਂ ਉਹਨੇ ਕਿਹਾ ਇਹ ਸਾਦਾ ਜਿਹਾ ਝੱਲਾ ਨੇ ਕਿ ਜਾਦੂ ਕਰਨਾ ਕਹਿੰਦਾ ਨਹੀਂ ਮੇਰੀ ਤੂੰ ਇੱਕ ਵਾਰੀ ਮੈਨੂੰ ਅਜ਼ਮਾ ਕੇ ਦੇ ਕਹਿੰਦੀ ਦੱਸ ਕਹਿੰਦਾ ਮੈਂ ਦੇਖੀ ਹੈ ਜਿਹੜੀ ਤੇਰੀ ਤੋਲੀ ਹੈ ਨਾ ਇਹਦੇ ਵਿੱਚੋਂ ਮੈਂ ਆਲੂ ਗਾਇਬ ਕਰਾਂ ਉਹਨੇ ਕਿਹਾ ਕਰ ਉਹਨੂੰ ਪਤਾ ਸੀ ਮੈਂ ਹੁਣੇ ਹੀ ਆਲੂ ਪਾ ਕੇ ਗਈ ਹਾਂ ਤੇ ਇਹਨੇ ਕਿੱਥੋਂ ਖਾਲੀ ਕਰਨੇ ਨੇ ਉਹਨੇ ਐਵੇਂ ਜਨਾਬ ਮੇਰੀ ਮੂੰਹ ਛੂ ਲਾ ਕੇ ਤੇ ਹੱਥ ਪੈਰ ਲਾ ਕੇ ਨਾ ਥੋੜੇ ਜਿਹੇ ਤੇ ਉਹ ਕਰਕੇ ਤੇ ਕਹਿੰਦਾ ਜੀ ਪੱਟੋ ਛੂਣਾ ਉਹ ਛੂਣਾ ਪੱਟਿਆ ਤੇ ਬਾਕੀ ਆਲੂ ਤੇ ਉਹਨੇ ਖਾ ਛੱਡੇ ਸੀ ਲੈ ਉਹਨੇ ਕਿਹਾ ਮਾਮੀ ਨੂੰ ਦੱਸੀ ਨਾ ਕਿਸੇ ਨੂੰ ਇਹ ਮੈਂ ਨਵਾਂ ਨਵਾਂ ਸਿੱਖੇ ਪੂਰੇ ਜਨਾਨੀਆਂ ਦੇ ਢਿੱਡ 'ਚ ਕਿੱਥੋਂ ਭੱਜਦਾ ਉਹ ਮਾਮੀ ਵੀ ਕੋਈ ਇਸ ਤਰ੍ਹਾਂ ਦੀ ਸੀ ਉਹਨੇ ਆਖਿਆ ਇਹ ਤੇ ਵਾਕਈ ਸਾਡਾ ਮੁੰਡਾ ਤੇ ਬੜਾ ਹੁਸ਼ਿਆਰ ਹੈ ਤੇ ਕਹਿੰਦੇ ਨੇ ਸਾਦਾ ਹੈ ਤੇ ਲੱਲੂ ਹੈ ਉਹ ਕੋਈ 2-3 ਦਿਨ ਉੱਥੇ ਰਿਹਾ ਨਾ ਤੇ ਉਹ ਗੁਆਂਢੀਆਂ ਦਾ ਨਾ ਜਿਹੜੇ ਖੋਤਾ ਗਵਾਚ ਗਿਆ ਉਹਨਾਂ ਨੇ ਉਹ ਢੂੰਡ ਕੇ ਨਾ ਥੱਕ ਗਏ ਨਾ ਤੇ ਇਹ ਕਹਿੰਦੀ ਹੈ ਵੀ ਇਹ ਸਾਡਾ ਜਿਹੜਾ ਲੱਲੂ ਆਇਆ ਨਾ ਫਲਾਣੀ ਜਗ੍ਹਾ ਤੋਂ ਇਹਦੇ ਕੋਲ ਪੁੱਛੋ ਇਹਨੂੰ ਸਾਰਾ ਪਤਾ ਜੀ ਮੈਂ ਤੇ ਇਹਨੂੰ ਦੇਖਿਆ ਤੇ ਜਾਦੂ ਵੀ ਜਾਣਦਾ ਉਹਨੇ ਕਿਹਾ ਚਲੋ ਉਹਨੂੰ ਪੁੱਛ ਲੈਂਦੇ ਉਹ 2-3 ਉਹਨਾਂ ਦੇ ਜੀ ਉਹਦੇ ਕੋਲ ਪੁੱਛਣ ਆਏ ਬਈ ਯਾਰ ਸਾਡਾ ਖੋਤਾ ਨਹੀਂ ਲੱਭਦਾ ਪਿਆ ਕਹਿੰਦਾ ਇਹ ਤੇ ਗੱਲ ਹੀ ਕੋਈ ਨਹੀਂ ਮੈਂ ਤੁਹਾਨੂੰ ਖੋਤਾ ਹੁਣੇ ਦੱਸਣਾ ਉਹਨੇ ਕਿੱਥੋਂ ਵੀ ਉਹ ਅੱਗੇ ਵਿਚਾਰਾ ਸਾਦਾ ਸੀ ਉਹ ਆਲੂ ਵਾਲੀ ਤੇ ਉਹਨੇ ਗੇਮ ਕੀਤੀ ਸੀ ਕਹਿੰਦੇ ਸਵੇਰੇ ਦੱਸੂ ਉਹ ਜਦੋਂ ਬੰਦੇ ਟੁਰ ਗਏ ਨਾ ਉਹਨੇ ਹਿਸਾਬ ਲਾਇਆ ਵੀ ਹਨੇਰਾ ਪੈਂਦਾ ਤੇ ਮੈਨੂੰ ਇੱਥੋਂ ਨਿਕਲ ਚੱਲਣਾ ਹਨੇਰਾ ਪੈਂਦਾ ਤੇ ਆਪਣੇ ਪਿੰਡ ਚੱਲਣਾ ਮੈਂ ਕਿੱਥੋਂ ਦੱਸਣਾ ਉਹਨਾਂ ਨੂੰ ਖੋਤਾ ਉਹ ਜਿਸ ਵੇਲੇ ਕੁਫਤਾ ਹੋਇਆ ਨਾ ਤੇ ਨਿਕਲਿਆ ਨਾ ਤੇ ਪਿੰਡੋਂ ਥੋੜਾ ਬਾਹਰ ਨਿਕਲਿਆ ਤੇ ਉਹਨੂੰ ਖੋਤਾ ਲੱਭ ਗਿਆ ਉਹ ਦੂਰੋਂ ਨਜ਼ਰ ਆਵੇ ਪਿਆ ਕਿ ਵੀ ਉਹ ਖੋਤਾ ਨਹੀਂ ਜਿਕਰ ਲੱਭ ਗਿਆ ਉਹਨੂੰ ਚਾਨਣੀ ਰਾਤ ਸੀ ਕੋਈ ਲਾ ਉਹਨੇ ਫਟਾਫਟ ਖੋਤਾ ਫੜਿਆ ਤੇ ਫੜ ਕੇ ਤੇ ਉਹਨੇ ਨਾਲ ਕੋਈ ਕਿੱਕਰ ਸੀ ਦੇਸੀ ਕਿੱਕਰ ਦੇ ਥੱਲੇ ਬੰਨ ਕੇ ਨਾ ਸਹੀ ਜੁੱਟ ਕੇ ਤੇ ਆਣ ਕੇ ਫੇਰ ਆਪਣੇ ਮੰਜੇ ਤੇ ਸੌਂ ਗਿਆ ਉਹਨੇ ਕਿਹਾ ਹੁਣ ਤੇ ਚੱਸ ਆ ਗਈ ਸਵੇਰੇ ਉੱਠਿਆ ਉੱਠਣ ਤੋਂ ਪਹਿਲਾਂ ਲੋਕ ਆ ਕੇ ਬੈਠੇ ਸੀ ਭਾਜੀ ਸਾਡਾ ਖੋਤਾ ਰਾਤੀ ਉਹਨੇ ਕਿਹਾ ਖੋਤਾ ਲੈ ਗੱਲ ਹੀ ਕੋਈ ਉਹ ਫਲਾਣੇ ਕਿੱਕਰ ਥੱਲੇ ਵੱਜਿਆ ਉਹ ਬੰਦੇ ਗਏ ਉਹਨਾਂ ਆਖਿਆ ਚੁੱਕ ਲਿਆ ਉਹਨਾਂ ਨੇ ਕਿਹਾ ਤੇ ਬਾਬਾ ਬੜੀ ਪਹੁੰਚੀ ਸਰਕਾਰ ਨੇ ਤੇ ਐਵੇਂ ਬੰਦੇ ਆਖਦੇ ਵੀ ਇਹ ਲੱਲੂ ਇਹ ਤੇ ਜਨਾਬ ਬੜੀ ਦੂਰ ਤੱਕ ਨਜ਼ਰ ਆਉਂਦਾ ਨੂੰ ਇਹ ਤੇ ਇੱਥੋਂ ਬਹਿ ਗਏ ਹਰ ਇੱਕ ਦੇਖਦਾ ਪਿਆ ਉਹ ਗੱਲ ਟੁਰਦੀ ਨਾ ਬਾਦਸ਼ਾਹ ਤੜੀ ਟੁਰ ਗਈ ਬਾਦਸ਼ਾਹ ਨੇ ਕਿਹਾ ਐਡਾ ਕਿਹੜਾ ਬੰਦਾ ਜਿਹੜਾ ਉਹ ਮੰਜੀ ਤੇ ਲੰਮਿਆ ਪੈ ਕੇ ਦੱਸ ਸਕਦਾ ਵੀ ਫਲਾਣੀ ਜਗ੍ਹਾ ਤੇ ਚੀਜ਼ ਪਈ ਹੈ ਉਹ ਬਾਦਸ਼ਾਹ ਦੇ ਵੀ ਕੰਮ ਦਾ ਬੰਦਾ ਸੀ ਉਦੋਂ ਇੰਜ ਦੇ ਲੋਕ ਰੱਖਦੇ ਹੁੰਦੇ ਸੀ ਉਦੋਂ ਵੀ ਲੱਲੂ ਕਰੇ ਕਵਾਲੀਆਂ ਤੇ ਰੱਬ ਸਿੱਧੀਆਂ ਪਾਉਂਦਾ ਉਦੋਂ ਵੀ ਇੰਜ ਦੇ ਕਈ ਝੱਲੇ ਲੱਗੇ ਫਿਰਦੇ ਸਨ ਜਿਸ ਤਰ੍ਹਾਂ ਦੇ ਹੁਣ ਵੀ ਫਿਰਦੇ ਨੇ ਬੇਬੀ ਵਿੱਚ ਜਿਨ੍ਹਾਂ ਨੂੰ ਪਹਿਲਾਂ ਕਲਮਾ ਕੋਈ ਨਹੀਂ ਆਉਂਦਾ ਹੈ ਵੀ ਉਹ ਵੀ ਬੜੇ ਕੰਮ ਮੁਲਕ ਦੀ ਭਾਗਦੌੜ ਉਹਨਾਂ ਨੇ ਸੰਭਾਲੀ ਹੈ ਉਹ ਬਾਦਸ਼ਾਹ ਰੱਖ ਲਿਆ ਬਾਦਸ਼ਾਹ ਨੇ ਕਿਹਾ ਵੀ ਚਲੋ ਹੁਣ ਜਿਹੜਾ ਨਾ ਇਹਦੀ ਖਿਦਮਤ ਆ ਜਾ ਬਈ ਇਹ ਕਿਸੇ ਵੇਲੇ ਕੰਮ ਦੇਦਾ ਉਹ ਕਿਉਂਕਿ ਉਹ ਉਸੇ ਦਿਨ ਕੰਮ ਨਹੀਂ ਸੀ ਲੈਂਦੇ ਸਾਡੇ ਅੰਦਰ ਇਹ ਹੁਣ ਦੇ ਦੌਰ ਉਹ ਕੀ ਪਤਾ ਦੱਸੋ 20 ਸਾਲਾਂ ਬਾਅਦ ਜਾ ਕੇ ਉਹ ਬੰਦਾ ਕੰਮ ਆਵੇ ਲੇਕਿਨ ਉਹਦੀ ਖਿਦਮਤ ਉਹਨਾਂ ਨੇ ਪੂਰੀ ਕਰਨੀ ਉਹਨੇ ਕੀ ਕੀਤਾ ਉਹਦੀ ਖਿਦਮਤ ਕਰਨ ਲੱਗ ਪਿਆ ਜਿਹੜਾ ਉਹਦਾ ਵਜ਼ੀਰ ਸੀ ਨਾ ਉਹਨੂੰ ਬੜੀ ਤਕਲੀਫ ਸੀ ਵੀ ਇਹਦੀ ਬੜੀ ਖਿਦਮਤ ਹੁੰਦੀ ਹੈ ਤੇ ਬੜੀ ਤਵਾਜ਼ਿਆ ਤੇ ਆਮਦਿਆਂ ਜਾਂਦਿਆਂ ਤੇ ਸਵੇਰ ਸ਼ਾਮ ਤੇ ਉਹ ਬਾਦਸ਼ਾਹ ਪੁੱਛ ਗਿੱਛ ਵੀ ਇਹਦੀ ਕਰਦਾ ਤੇ ਖਾਣਾ ਪੀਣਾ ਵੀ ਇਹਦਾ ਚੰਗਾ ਤਗੜਾ ਉਹਨੇ ਕਿਹਾ ਇਹਨੂੰ ਤੇ ਕਢਾਈ ਇਹਦੀ ਸਾਈ ਜਿਹਾ ਵਿੱਚ ਫਿਰਦਾ ਵੇ
ਤੇ ਨਾਲੇ ਸਾਨੂੰ ਇਹਦਾ ਧਿਆਨ ਰੱਖਣਾ ਪੈਂਦਾ, ਅਸੀਂ ਸੋਚ ਚੋਰੀ ਚਕਾਰੀ ਕਰਨੀ ਹੁੰਦੀ ਹੈ, ਕੋਈ ਫਰਾਡ ਫਰੂਡ ਬਾਦਸ਼ਾਹ ਕੋਲ ਲਾਣਾ ਹੁੰਦਾ ਤੇ ਇਹ ਤੇ ਬਾਦਸ਼ਾਹ ਦਾ ਬੰਦਾ ਤੇ ਉਹਨਾਂ ਨੇ ਕਿਹਾ ਇਹਨੂੰ ਨਸਾਈਏ। ਉਹ ਲੱਲੂ ਨੂੰ ਕਹਿੰਦਾ ਤੇਰੀ ਇਹਨਾਂ ਧੋਣ ਲਾਣੀ ਹੈ ਫਲਾਣੇ ਦਿਨ। ਕਹਿੰਦਾ ਉਹ ਕਿਉਂ? ਕਹਿੰਦਾ ਇਹਨਾਂ ਮੰਨੇ ਹੈ ਵੀ ਇੱਕ ਬੰਦੇ ਦੀ ਨਾ ਧੋਣ ਲਾਉਂਦੇ ਨੇ ਤੇ ਇਸ ਦਾ ਤੈਨੂੰ ਇਹ ਪਾਲ ਦੇਣਾ ਤੇ ਤੈਨੂੰ ਇਹ ਪਤਾ ਤੇਰਾ ਬੜੀ ਖਿਦਮਤ ਹੁੰਦੀ ਹੈ, ਸੁਬਾਹ ਸ਼ਾਮ ਤੈਨੂੰ ਲੱਸੀ ਪਾਣੀ ਦੁੱਧ ਘਿਓ ਹਰ ਚੀਜ਼ ਇਹ ਸਮਝ ਲੈ ਤੇਰੀ ਇਹਨਾਂ ਨੇ ਧੋਣ ਲਾਣੀ ਹੈ ਫਲਾਣੇ ਦਿਨ। ਉਹ ਕਹਿੰਦਾ ਇੰਝ ਨਹੀਂ ਹੋ ਸਕਦਾ, ਬਾਦਸ਼ਾਹ ਬੜਾ ਚੰਗਾ। ਕਹਿੰਦਾ ਨਾ, ਬਾਰਿਸ਼ ਹੁੰਦੀ ਵੀ ਪਤਾ ਹੀ ਨਾ ਤੇ ਬਾਦਸ਼ਾਹ ਨੇ ਨਹਾਣ ਕੇ ਇੱਥੇ ਬਹਿਣੇ ਹੋਣੇ। ਉਹ ਬਾਦਸ਼ਾਹ ਉਸ ਵੇਲੇ ਬਹਿੰਦਾ ਸੀ ਗਰੀਬਾਂ ਮਸਕੀਨਾਂ ਦੀ ਨਾ ਗੱਲਬਾਤ ਸੁਣਦਾ ਜਾਂ ਹੋਰ ਕੋਈ ਜਿਹੜਾ ਕੋਈ ਉਹਦੇ ਰਿਆਸਤ ਦੇ ਵਿੱਚ ਚੰਗੀ ਮਾੜੀ ਹੋ ਜਾਏ ਨਾ ਤੇ ਉੱਥੇ ਬਹਿ ਕੇ ਸੁਣਦਾ। ਕਹਿੰਦਾ ਤੇਰਾ ਕੰਮ ਹੈ ਬਾਦਸ਼ਾਹ ਦੀਆਂ ਲੱਤਾਂ ਫੜ ਕੇ ਨਾ ਤੇ ਮਾਰਨਾ, ਚੁੱਕ ਕੇ ਕੰਨੂ ਬਾਹਰ, ਬਾਦਸ਼ਾਹ ਜਾਂਦਾ ਰਹੇਗਾ ਤੇਰੀ ਜਾਨ ਛੁੱਟ ਜਾਂਦੀ, ਨਹੀਂ ਤੇ ਇਹਨੇ ਤੈਨੂੰ ਮਾਰ ਛੱਡਣਾ। ਉਹਨੇ ਹਾਂ ਠੀਕ ਹੈ। ਉਹ ਵਾਕਈ ਜਿਸ ਵੇਲੇ ਸਵੇਰੇ ਬਾਦਸ਼ਾਹ ਆਣ ਕੇ ਬੈਠਿਆ ਨਾ, ਬਾਰਿਸ਼ ਹੁੰਦੀ ਸੀ ਵੀ, ਬਾਰਿਸ਼ ਦਬਾ ਦੇ ਲੱਗੀ। ਉਹ ਬਾਦਸ਼ਾਹ ਆਣ ਕੇ ਬੈਠਾ, ਉਹ ਲੱਲੂ ਨੇ ਦੋਏ ਲੱਤਾਂ ਚੁੱਕੀਆਂ, ਮਾਰਿਆ ਚੁੱਕ ਕੇ ਕੰਨੂ ਬਾਹਰ। ਬਾਦਸ਼ਾਹ ਦੇ ਜਨਾਬ ਮੇਰੀ ਲੱਕ 'ਚ ਵੀ ਲੱਗੀ, ਗੋਡੇ ਛੋਡੇ ਛਿਲਕਦੇ। ਉਹ ਜਿਸ ਕੋਠੇ 'ਚ ਬੈਠੇ ਸੀ ਨਾ, ਜਿਸ ਮਕਾਨ ਦੇ ਵਿੱਚ, ਉਹ ਕੋਠਾ ਡਿੱਗ ਪਿਆ। ਲੈ ਇੱਕ ਵਾਰੀ ਤੇ ਬਾਦਸ਼ਾਹ ਪਹਿਲਾਂ ਤੇ ਕਹਿਣ ਲਿਆ ਵੀ ਇਹਦੀ ਧੌਣ ਲਾ ਦਿਓ, ਲੇਕਿਨ ਨਾਲ ਹੀ ਉਹਨੇ ਮੂੰਹ ਘੁੱਟ ਲਿਆ। ਉਹਨੇ ਕਿਹਾ ਇਹ ਤੇ ਬੜੇ ਕੰਮ ਦੀ ਚੀਜ਼ ਹੈ, ਦੇਖ ਲਓ ਕੋਠਾ ਡਿੱਗ ਪਿਆ ਤੇ ਇਹਨੇ ਮੈਨੂੰ ਬਚਾ ਲਿਆ, ਮੇਰੀ ਤੇ ਜਾਨ ਇਹਨੇ ਬਚਾ ਲਈ। ਲੈ ਉਹੀ ਗੱਲ ਫੇਰ ਵੀ ਉਹ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਉਂਦਾ। ਅਸਲ ਉਹ ਅੰਦਰ ਉਹਦੇ ਅੱਲਾ ਨੂੰ ਤੇ ਸਾਰਾ ਪਤਾ ਹੁੰਦਾ ਨਾ ਬਈ ਸਾਡਾ। ਬਾਦਸ਼ਾਹ ਨੇ ਕਿਹਾ ਲੈ ਅੱਗੇ ਤੇ ਥੋੜੀ ਇਹਦੀ ਖਿਦਮਤ ਹੋ ਰਹੀ ਸੀ, ਹੁਣ ਇਹਦੀ ਚੋਖੀ ਖਿਦਮਤ। ਇਹ ਹੁਣ ਵਜ਼ੀਰ ਦੇ ਉੱਤੇ ਲਾਤਾ, ਅੱਗੇ ਤੇ ਵਜ਼ੀਰ ਦੇ ਥੱਲੇ ਹੋਣਾ, ਵਜ਼ੀਰ ਕੋਲੋਂ ਲੈ ਕੇ ਖਾਣਾ ਸੀ, ਹੁਣ ਵਜ਼ੀਰ ਇਹਦੇ ਕੋਲ ਲੈ ਕੇ ਖਾਣ ਲੱਗ ਪਿਆ। ਹੁਣ ਰੈਂਕ ਵੱਧ ਗਿਆ ਬਈ, ਜਿੱਥੇ ਜਿੱਥੇ ਜਾਏ ਨਾ ਮੈਂ ਕਹਿੰਦਾ ਵੀ ਇੰਝ ਅੱਲਾਹ ਤਾਲਾ ਗੈਬਾਨਾ ਮਦਦ ਪਈਆ ਕਰੇ। ਉਹ ਇਸ ਤਰ੍ਹਾਂ ਉਹਦੀ ਜ਼ਿੰਦਗੀ ਗੁਜ਼ਰਨ ਲੱਗ ਪਈ। ਥੋੜੇ ਕੋਈ 6 ਮਹੀਨੇ ਲੰਘੇ ਨਾ ਤੇ ਉਸ ਮੁਲਕ ਦੇ ਉੱਤੇ ਨਾ ਦੂਸਰੇ ਮੁਲਕ ਨੇ ਹਮਲਾ ਕਰ ਦਿੱਤਾ। ਛੋਟਾ ਜਿਹਾ ਮੁਲਕ ਸੀ ਤੇ ਕੋਈ ਰਿਆਸਤ ਸੀ ਛੋਟੀ, ਤੇ ਉਹ ਜਦੋਂ ਦੂਸਰੇ ਮੁਲਕ ਨੇ ਹਮਲਾ ਕਰਤਾ ਤੇ ਫੌਜਾਂ ਉਹਦੀਆਂ ਜਦੋਂ ਚੜੀਆਂ ਤੇ ਇਧਰੋਂ ਫੇਰ ਉਹਨੂੰ ਅੱਗੇ ਕਰਨ ਕਿ ਬਈ ਇਹ ਹੁਣ ਜੋ ਕੋਈ ਦੱਸੇਗਾ। ਉਹਨੇ ਕਿਹਾ ਬਈ ਅੱਗੇ ਤੇ 2-3 ਵਾਰੀ ਅੱਲਾਹ ਤਾਲਾ ਨੇ ਬਚਾਇਆ, ਹੁਣ ਨਹੀਂ ਬਚਦਾ ਵੀ, ਇਹ ਮਰਵਾ ਕੇ ਛੱਡਣ ਦੇ। ਉਹ ਜਿਸ ਵਕਤ ਫੌਜਾਂ ਇੱਧਰੋਂ ਘੋੜੇ ਵੀ ਟੁਰ ਪਏ, ਉੱਧਰ ਵੀ ਟੁਰ ਪਏ, ਉਹਨਾਂ ਦੀਆਂ ਫੌਜਾਂ ਢੇਰ ਸਾਰੀਆਂ ਤਗੜੀਆਂ, ਅੱਗੋਂ ਉਹਨਾਂ ਦੇ ਕੋਲ ਬੜਾ ਅਸਲਾ। ਤੇ ਬਾਅਦ ਦੇ ਇਹਨੂੰ ਜਦੋਂ ਉਹਨਾਂ ਨੇ ਕਿਹਾ ਨਾ ਕਿ ਸਰਕਾਰ ਬੋਲ ਨਾ ਉੱਤੇ ਤੇ ਦੱਸੋ ਇਹਨਾਂ ਨੂੰ ਕਿਹੜੇ ਪਾਸੋਂ ਦੀ ਘੇਰਾ ਪਾਈਏ। ਇਹਨੇ ਕਿਹਾ ਘੇਰਾ ਕੀ ਪਾਣਾ, ਤੁਸੀਂ ਘੋੜਿਆਂ ਦੇ ਹੋ ਤੇ ਮੈਨੂੰ ਖੋਤਾ ਦਿਓ। ਉਹਨਾਂ ਨੇ ਆਖਿਆ ਖੋਤੇ ਦੇ ਸਰਕਾਰ ਤੁਸੀਂ ਪੁੰਜ ਨਹੀਂ ਲੈ ਨਾਲ ਸਾਡੇ ਬਰਾਬਰ। ਉਹਨੇ ਕਿਹਾ ਤੁਸੀਂ ਦੇਖਿਓ, ਤੁਸੀਂ ਖੋਤਾ ਤੁਹਾਡੇ ਤੋਂ ਅੱਗੇ ਜਾਏਗਾ। ਉਹਨੇ ਆਪਣੇ ਦਿਲੋਂ ਤੇ ਜਾਨ ਛੁਡਾਈ ਨਾ ਇਸ ਵਾਸਤੇ ਵੀ ਖੋਤੇ ਨੇ ਘੋੜਿਆਂ ਨਾਲ ਕਿਹੜਾ ਦੌੜਨਾ ਹੈ ਤੇ ਇਹ ਅੱਗੇ ਨਿਕਲ ਜਾਂਦੇ, ਆਪੇ ਇਹਨਾਂ ਨੂੰ ਮਾਰ ਪਵੇਗੀ ਤੇ ਮੈਂ ਪਿੱਛੇ ਰਹਿ ਜਾਣਾ ਤੇ ਪਿੱਛੋਂ। ਉਹ ਖੈਰ ਜਿਸ ਵਕਤ ਘੋੜੇ ਦੇ ਉਹਦੇ ਤੇ ਖੋਤੇ ਤੇ ਬੈਠਾ ਤੇ ਖੋਤਾ ਡਰ ਕੇ ਤੇ ਕੋਈ ਉਹਨਾਂ ਨੂੰ ਦੇਖ ਕੇ ਬੰਦਿਆਂ ਨੂੰ ਪਹਿਲੀ ਦਫਾ ਵੀ ਇੰਨੀ ਜਿਹੜਾ ਜੰਗ ਦਾ ਮਾਹੌਲ ਸੀ ਨਾ, ਉਹ ਖੋਤਾ ਇਹ ਨਸਿਆ ਵੀ ਘੋੜੇ ਉੱਥੇ ਖਲੋਤੇ ਰਹੇ ਤੇ ਖੋਤਾ ਅਗਲੀ ਜਿਹੜਾ ਨਾ ਦੂਸਰੀ ਬਾਦਸ਼ਾਹ ਜਿਹੜੀ ਅੱਗੋਂ ਆਉਂਦੀ ਸੀ ਉਹਨਾਂ ਦੇ ਵਿੱਚ ਜਾ ਕੇ ਵੜ ਗਿਆ। ਉਹ ਨੱਠੇ, ਉਹਨਾਂ ਨੇ ਕਿਹਾ ਇਹਨਾਂ ਦਾ ਕੱਲਾ ਖੋਤਾ ਹੀ ਨਹੀਂ ਮਾਨ ਹੈ ਵੀ ਉਹ ਹੀ ਨਹੀਂ ਡੱਕਣ ਹੁੰਦਾ ਪਿਆ ਤੇ ਬਾਕੀ ਜਿਹੜੇ ਉਹਨਾਂ ਦੇ ਪਿੱਛੇ ਫੌਜ ਉਹ ਹਰੇ ਕੇ ਕਰੇ ਦੀ। ਲੈ ਉਹ ਡਰ ਕੇ ਜਦੋਂ ਨੱਸੇ ਤੇ ਉਹ ਇਹਦੀ ਫੇਰ ਬੱਲੇ ਬੱਲੇ ਬਣ ਗਈ। ਫਿਰ ਇਹ ਵਾਪਸ ਆਇਆ, ਬਾਦਸ਼ਾਹ ਨੇ ਆਪਣੀ ਧੀ ਵੀ ਦਿੱਤੀ। ਤੇ ਕਈ ਵਾਰੀ ਅੱਲਾ ਇਹ ਵੀ ਸਵਾਬ ਲਾਉਂਦਾ ਵੀ ਇਹਨਾਂ ਦੇ ਜਿਹੜੇ ਸਾਦੇ ਲੋਕ ਹੁੰਦੇ ਨਾ, ਇਹਨਾਂ ਦੇ ਵਿੱਚ ਅੱਲਾ ਖੁਦ ਹੁੰਦਾ ਤੇ ਉਹਨਾਂ ਨੂੰ ਸਮਝ ਲਓ ਵੀ ਉਹ ਗੈਬਾਨਾ ਮਦਦ ਕਰਦਾ, ਇਹਨਾਂ ਨੂੰ ਛੇੜੀ ਦਾ ਨਹੀਂ। ਠੀਕ ਹੈ, ਅੱਲਾ ਵਾਲਿਆਂ ਨੂੰ ਛੇੜੀ ਦਾ ਨਹੀਂ, ਜੋ ਮਰਜ਼ੀ ਪੇ ਕਰਨ। ਠੀਕ ਹੈ, ਅਸਲਾਮ।